ਦੇਹ ਅੰਧਾਰੀ ਅੰਧ ਸੁਣੀ ਨਾਮ ਵਿਹੂਣੀਆਂ। ਸਤਿਗੁਰੂ ਕਹਿੰਦੇ ਇਥੋਂ ਅਰਥ ਸ਼ੁਰੂ ਕਰਦੇ ਆ, ਨਾਮ ਵਿਹੂਣੀਆਂ। ਮਹਾਰਾਜ ਕਹਿੰਦੇ ਜਿਹੜੀ ਦੇਹੀ ਨਾਮ ਤੋਂ ਵਿਹੂਣੀ ਰਹਿ ਗਈ, ਭਾਵ ਕਿ ਜਿਸ ਵਾਹਿਗੁਰੂ ਜੀ ਨੇ ਇਹ ਪੰਜ ਤੱਤਾਂ ਦਾ ਸਤਿਗੁਰੂ ਜੀ ਨੇ ਕਹਿੰਦੇ ਸਿਰਜਣਾ ਕੀਤੀ ਹੈ। ਪੰਜ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ। ਮਹਾਰਾਜ ਸੱਚੇ ਪਿਤਾ ਜੀ ਕਹਿੰਦੇ ਨੇ ਇਹ ਸਿਆਣਪ ਤੈਨੂੰ ਤਾਂ ਤੇਰੀ ਜਾਣੀਏ, ਤੇਰੀ ਚਤੁਰਾਈ ਨੂੰ ਤਾਂ ਜਾਣੀਏ ਕਿ ਜਿਸ ਪ੍ਰਮਾਤਮਾ ਨੇ ਇਸ ਦੇਹੀ ਦਾ ਢਾਂਚਾ ਤਿਆਰ ਕੀਤਾ ਤਾਂ ਉਸ ਪ੍ਰਮਾਤਮਾ ਨੂੰ ਧਿਆਉਂਦਾ ਜ਼ਰੂਰ। ਪੰਜ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ। ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਨ। ਮਹਾਰਾਜ ਕਹਿੰਦੇ ਜਿੱਥੋਂ ਪੈਦਾ ਹੋਇਆ ਭਾਵ ਜਿਸ ਦੀ ਬਦੌਲਤ ਤੂੰ ਇਸ ਜ਼ਿੰਦਗੀ ਦੇ ਅੰਦਰ ਆ ਕੇ ਆਪਣੇ ਪੰਧ ਨੂੰ ਗੁਜ਼ਾਰਦਾ, ਜ਼ਰੂਰ ਉਹਦੇ ਵਿੱਚ ਲੀਨ ਹੋਣ ਦੀ ਜਾਚਨਾ ਗੁਰੂ ਕੋਲੋਂ ਸਿੱਖ। ਸਤਿਗੁਰੂ ਇਹ ਕਿਰਪਾ ਕਰਦੇ ਨੇ। ਫਿਰ ਨਾਮ ਤੋਂ ਵਿਹੂਣੀ ਜੋ ਦੇਹੀ ਹੈ, ਜੋ ਸਰੀਰ ਹੈ, ਬੋਡੀ ਆ, ਅੰਧਾਰੀ ਅੰਧ ਸੁੰਝੀ। ਮਹਾਰਾਜ ਕਹਿੰਦੇ ਉਹ ਬਹੁਤ ਜ਼ਿਆਦਾ ਅਗਿਆਨਤਾ ਦੇ ਹਨੇਰ ਅੰਦਰ, ਭਰਮ ਭੁਲੇਖਿਆਂ ਦੇ ਹਨੇਰ ਅੰਦਰ ਤੇ ਨਾਮ ਬਾਣੀ ਅਭਿਆਸ ਨਾ ਹੋਣ ਕਰਕੇ ਉਹ ਦੇਹੀ ਸੁੰਝੀ ਰਹਿ ਜਾਂਦੀ ਹੈ। ਦੂਜੀ ਤੁਕ ਚ ਗੁਰੂ ਜੀ ਨੇ ਕਿਹਾ ਨਾਨਕ ਸਫਲ ਜਨਮ। ਇੱਥੇ ਨੰਨੇ ਤੇ ਟਿੱਬੀ ਪਾਈ ਤੇ ਮੰਮੇ ਨੂੰ ਔਂਕੜਾ, ਇਸ ਕਰਕੇ ਨੂੰ ਜਨਮ ਨਹੀਂ ਜਨਮ ਪਾਠ ਕਰਾਂਗੇ, ਅਰਥ ਉਹੀ ਰਹਿਣੇ ਨੇ ਕਿ ਗੁਰੂ ਅਰਜੁਨ ਦੇਵ ਕਹਿੰਦੇ ਸਫਲ ਹੈ ਉਹ ਜਨਮ ਜੈ ਘਟ ਜਿਸ ਹਿਰਦੇ ਦੇ ਵਿੱਚ ਬੁੱਠਾ ਸੱਚ ਧਨੀ, ਭਾਵ ਕਿ ਪ੍ਰਮਾਤਮਾ ਸੱਚ ਧਨੀ ਹੈ ਜੋ ਉਹ ਪ੍ਰਗਟ ਹੋ ਗਿਆ। ਬੁੱਠਾ ਦਾ ਅਰਥ ਹੁੰਦਾ ਪ੍ਰਗਟ ਹੋ ਜਾਣਾ। ਹੁਣ ਦੇਖੋ ਅਸੀਂ ਜਦੋਂ ਵੇਖਦੇ ਹਾਂ ਦੁਨੀਆ ਦੇ ਅੰਦਰ ਤੇ ਇਸ ਧਰਤੀ ਦੇ ਹਰ ਜਰੇ ਜਰੇ ਚ ਪਾਣੀ ਹੈ, ਪਰ ਉਹ ਗੁਪਤ ਹੈ। ਉਹਨੂੰ ਪ੍ਰਗਟ ਕਰਨ ਦੇ ਲਈ ਸੋਰਸ ਵਰਤੇ ਜਾਂਦੇ ਆ। ਫਿਰ ਅਭਿਆਸ ਤੋਂ ਬਾਅਦ ਲੰਮੇ ਬੋਰ ਕਰਨ ਤੋਂ ਬਾਅਦ ਉਹ ਪਾਣੀ ਪ੍ਰਗਟ ਹੁੰਦਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਗੁਪਤ ਪਾਣੀ ਜਿਵੇਂ ਸਰੀਰਾਂ ਦੀ ਪਿਆਸ ਨਹੀਂ ਬੁਝਾ ਸਕਦਾ। ਬੇਸ਼ੱਕ ਬੰਦਾ ਧਰਤੀ ਦੇ ਖਲੋਤਾ ਤੜਪਦਾ ਰਵੇ ਤੇ ਲੋਕ ਕਹਿਣ ਜੇ ਪਿਆਸ ਲੱਗੀ ਆ ਧਰਤੀ ਥੱਲੇ ਬਹੁਤ ਪਾਣੀ ਪੀ ਲੈ, ਉਹ ਕਹੂਗਾ ਉਹ ਪਾਣੀ ਪ੍ਰਗਟ ਨਹੀਂ ਹੋਇਆ, ਮੇਰੇ ਕਿਸੇ ਕੰਮ ਦਾ ਨਹੀਂ। ਮਹਾਰਾਜ ਜੀ ਕਹਿੰਦੇ ਸਿੱਖਾ ਤੇਰੇ ਅੰਦਰ ਵੀ ਪ੍ਰਮਾਤਮਾ ਨੇ ਆਪਣੀ ਜੋਤ ਵਸਾਈ ਹੈ, ਤੇਰੇ ਅੰਦਰ ਵੀ ਪ੍ਰਮਾਤਮਾ ਨੇ ਹਰ ਇੱਕ ਦਾਤ ਨੂੰ ਵਸਾਇਆ। ਬਸ ਪ੍ਰਗਟ ਕਰਨ ਦਾ ਸਲੀਕਾ ਗੁਰੂ ਕੋਲੋਂ ਸਿੱਖ। ਜਿਹੜੇ ਪ੍ਰਗਟ ਕਰ ਲੈਂਦੇ ਨੇ ਉਹ ਮਹਾਰਾਜ ਕਹਿੰਦੇ ਸਫਲ ਜਨਮ ਬਣ ਜਾਂਦੇ ਆ। ਦੇਖੋ ਅਸੀਂ ਇਹ ਬਚਨ ਪੜ੍ਹਦੇ ਹਾਂ ਗੁਰੂ ਮਹਾਰਾਜ ਦੀ ਬਾਣੀ ਦਾ। ਸਤਿਗੁਰੂ ਜੀ ਕਹਿੰਦੇ ਜਦੋਂ ਪੜਾਂਗੇ ਅੰਤਰ ਅੰਮ੍ਰਿਤ ਖੁਅਟਾ ਭਰਿਆ ਸ਼ਬਦ ਹੈ ਕਾਢ ਪੀਏ ਪਨਹਾਰੀ। ਇਹਦੇ ਅਸੀਂ ਤਿੰਨ ਵਿਸ਼ਰਾਮ ਲਾਏ ਕਿ ਅੰਤਰ ਅੰਮ੍ਰਿਤ ਖੁਅਟਾ ਭਰਿਆ। ਖੁਅਟਾ ਦਾ ਭਾਵ ਹੈ ਖੂਹ ਭਰਿਆ, ਕਾਹਦਾ? ਅੰਮ੍ਰਿਤ ਰੂਪੀ ਨਾਮ ਦਾ, ਚੰਗੀਆਂ ਅਰੂਲਾਂ ਦਾ ਕਹਿ ਲੋ, ਅਸੂਲਾਂ ਦਾ ਕਹਿ ਲੋ, ਅਮਲਾਂ ਦਾ ਕਹਿ ਲੋ। ਪਰ ਗੁਰੂ ਸਾਹਿਬ ਕਹਿੰਦੇ ਸ਼ਬਦੇ ਕਾਢ। ਹੁਣ ਵੇਖੋ ਬੋਰ ਕੀਤਾ ਤੇ ਬਾਹਰੋਂ ਵੀ ਪਾਣੀ ਪਾਇਆ ਕਿ ਉਹ ਪਾਣੀ ਨਾਲ ਪਾਣੀ ਦਾ ਮਿਲਾਪ ਹੋਵੇ ਤੇ ਥੱਲੋਂ ਪਾਣੀ ਵਗ ਕੇ ਬਾਹਰ ਆਵੇ। ਇਸੇ ਤਰ੍ਹਾਂ ਮਹਾਰਾਜ ਸੱਚੇ ਪਿਤਾ ਕਹਿੰਦੇ ਤੂੰ ਤੇਰੇ ਅੰਦਰ ਨਾਮ ਹੈ, ਤੇਰੇ ਅੰਦਰ ਗੁਰੂ ਦਾ ਰੱਬ ਜੀ ਦਾ ਵਾਸਾ ਹੈ, ਕਿਉਂਕਿ ਕਹੋ ਕਬੀਰ ਇਹ ਰਾਮ ਕੀ ਅੰਸ਼। ਪਰ ਉਹਦੇ ਲਈ ਤੂੰ ਬਾਹਰੋਂ ਅਭਿਆਸ ਕਰ ਕਿ ਇੱਕ ਦਿਨ ਤੇਰਾ ਅਭਿਆਸ ਪਰਾ ਪਸੰਤੀ ਮਧਮਾ ਤੇ ਬੈਖਰੀ, ਇਹ ਚਾਰ ਅਵਸਥਾਵਾਂ ਹੁੰਦੀਆਂ। ਪਹਿਲੀ ਹੁੰਦੀ ਜੀਭਾਂ ਨਾਲ ਬੋਲਣਾ, ਮੁਖ ਤੋਂ ਗਾਉਣਾ। ਫਿਰ ਸੰਗਤ ਜੀ ਮੁਖ ਬੰਦ ਹੋ ਜਾਂਦਾ, ਅੰਦਰ ਜੀਭ ਹਿਲਦੀ ਆ। ਫਿਰ ਹਿਰਦੇ 'ਚ ਨਾਮ ਵਸ ਜਾਂਦਾ, ਸਵਾਸਾਂ 'ਚ ਚੜਦਾ। ਇੱਕ ਉਹ ਸਮਾਂ ਆਉਂਦਾ ਜਦੋਂ ਨਾਭੀ 'ਚ ਜਾ ਕੇ ਨਾਮ ਟਿਕ ਜਾਂਦਾ, ਜਿਹਨੂੰ ਸਾਡੀ ਧੁੰਨੀ ਦੇ ਲਾਗੇ ਤੇ ਜਾਂ ਨਾਭੀ ਅਸੀਂ ਜਦੋਂ ਵੇਖਦੇ ਆ ਇਹਨਾਂ ਦੇ ਯੋਗ ਆਸਨਾਂ ਨੂੰ ਤੇ ਰੀੜ੍ਹ ਦੀ ਹੱਡੀ ਦੇ ਥਰੜਾ ਹਿੱਸਾ ਮੰਨਦੇ ਆ। ਮਹਾਰਾਜ ਸੱਚੇ ਪਿਤਾ ਕਹਿੰਦੇ ਮਨੁੱਖ ਦੇ ਜਿਹੜੇ ਅਖੀਰਲੇ 6 ਮਹੀਨੇ ਹੁੰਦੇ ਨਾ, ਜਿਹੜੇ ਅਖੀਰਲੇ ਇਸ ਧਰਤੀ ਤੇ ਰਹਿਣ ਦੇ, ਉਹ ਗੰਢ ਟੁੱਟ ਜਾਂਦੀ ਹੈ ਸੰਗਤ ਜੀ। ਜਿੱਥੇ ਸਾਡੇ ਅਖੀਰਲੇ ਸਵਾਸ ਰੁਕੇ ਹੁੰਦੇ। ਮਸਕੀਨ ਜੀ ਦੀ ਇੱਕ ਵਾਰ ਕਥਾ ਸੁਣੀ ਸੀ, ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਉਸ ਪ੍ਰਮਾਤਮਾ ਨੂੰ ਚੇਤੇ ਕਰ ਭਾਈ। ਕਿਉਂ? ਕਿਉਂਕਿ ਆਜ ਕਾਲ ਖੁੱਲ੍ਹੈ ਤੇਰੀ ਗੰਠੜੀ। ਇਹ ਬਾਣੀ ਦੀ ਤੁਕ ਹੈ ਕਿ ਅੱਜ ਕੱਲ ਕਰਦਿਆਂ ਤੇਰੀ ਉਹ ਗੰਢ ਟੁੱਟ ਜਾਣੀ ਆ। ਸਾਧੂਆਂ ਨੂੰ ਪਤਾ ਲੱਗ ਜਾਂਦਾ ਜਦੋਂ ਗੰਢ ਟੁੱਟ ਜਾਂਦੀ ਆ। ਇਸੇ ਕਰਕੇ ਉਹ ਕਹਿ ਦਿੰਦੇ ਸੀ ਫਲਾਣੇ ਦਿਨ ਇੰਨੇ ਵਜੇ ਇੱਥੋਂ ਚਲੇ ਜਾਣਾ। ਆਮ ਬੰਦੇ ਨੂੰ ਨਹੀਂ ਪਤਾ ਲੱਗਦਾ ਕਿਉਂਕਿ ਅਸੀਂ ਇੰਨਾ ਅਭਿਆਸ ਨਹੀਂ ਕੀਤਾ ਹੁੰਦਾ। ਹੁਣ ਮਹਾਰਾਜ ਸੱਚੇ ਪਿਤਾ ਕਿਰਪਾ ਕਰਦੇ ਨੇ ਭਾਈ ਤੂੰ ਉਸ ਮਾਲਕ ਨੂੰ ਜ਼ਰੂਰ ਜਪਿਆ ਕਰ, ਕਿਉਂਕਿ ਉਹਨੂੰ ਜਪਣ ਦੇ ਨਾਲ ਅੰਤਰ ਅੰਮ੍ਰਿਤ ਖੁਅਟਾ ਭਰਿਆ ਸ਼ਬਦ ਹੈ ਕਾਢ।
ਉਹਨੂੰ ਸ਼ਬਦ ਅਭਿਆਸ ਦੇ ਨਾਲ ਪ੍ਰਗਟ ਕਰ। ਸ਼ਬਦੈ ਕਾਢ ਪੀਐ ਪਨਹਾਰੀ, ਤੇ ਜ਼ਰੂਰ ਉਸ ਅੰਮ੍ਰਿਤ ਰੂਪੀ ਨਾਮ ਨੂੰ ਤੂੰ ਰੋਜ਼ ਛਕਿਆ ਕਰ। ਹੁਣ ਜੋ ਅਸੀਂ ਇਹ ਤੁਕਾਂ ਲਈਆਂ, ਤੇ ਇਹਨਾਂ 2 ਤੁਕਾਂ ਦੇ ਅਰਥ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸ਼ਲੋਕਾਂ 'ਚ ਕੀਤੇ ਆ। ਬਾਬਾ ਕਬੀਰ ਜੀ ਨੇ ਬੜੀ ਕਿਰਪਾ ਕੀਤੀ ਕਿ ਇੱਕ ਪਾਸੇ ਉਸ ਮਨਮੁਖ ਦੇਹੀ ਦੀ ਗੱਲ, ਜਿਸ ਦੇਹੀ ਦੇ ਅੰਦਰ ਖਾਣਾ ਪੀਣਾ ਹੱਸਣਾ ਸੋਣਾ ਸਭ ਕੁਝ ਆਇਆ, ਪਰ ਸੰਗਤ ਜੀ ਪਰਮਾਤਮਾ ਦਾ ਨਾਮ ਚੇਤਨਾ ਕਦੇ ਆਇਆ। ਮਹਾਰਾਜ ਕਹਿੰਦੇ ਉਹ ਜੀਵਨ ਤ੍ਰਿਗ ਹੈ ਭਾਈ। ਜਦੋਂ ਅਸੀਂ ਗੁਰੂ ਸਾਹਿਬ ਦੇ ਬਚਨ ਪੜ੍ਹਦੇ ਆ ਨਾ, ਮਹਾਰਾਜ ਕਹਿੰਦੇ ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨ। ਸੰਗਤ ਜੀ ਜ਼ਿੰਦਗੀ 'ਚ ਬਹੁਤ ਕੁਝ ਮਨੁੱਖ ਇਸ ਸਰੀਰ ਦੀ ਵਰਤੋਂ ਨਾਲ ਕਰਦਾ, ਇਹਦੇ ਅੰਦਰ ਬਹੁਤ ਕੁਝ ਪਾਉਂਦਾ, ਤੇ ਇਸ ਸਰੀਰ ਦੇ ਨਾਲ ਬਾਹਰੀ ਕਾਰਜ ਬੜੇ ਕਰਦਾ। ਤੇ ਸੱਚ ਹੈ, ਕਿਸੇ ਨੇ ਬਹੁਤ ਸੋਹਣਾ ਲਿਖਿਆ, ਕਹਿੰਦੇ ਜੇ ਦੁਨੀਆ 'ਚ ਮੱਲਾਂ ਮਾਰਨੀਆਂ ਨੇ ਤੇ ਟੇਕੇ ਨਾ ਬੈਠਿਓ, ਦੌੜੇ ਭੱਜੇ ਰਹਿਓ, ਕਿਉਂਕਿ ਜਿੰਨਾ ਦੌੜ ਭੱਜ ਕਰਾਂਗੇ ਉਨੇ ਸਿਖਰ ਤੇ ਪਹੁੰਚਾਂਗੇ। ਪਰ ਜੇ ਪ੍ਰਮਾਤਮਾ ਦੇ ਰਾਹ ਤੇ ਮੱਲਾਂ ਮਾਰਨੀਆਂ ਨੇ ਤੇ ਟਿਕ ਕੇ ਬਹਿਣਾ ਸਿੱਖ ਲਿਓ। ਬਸ ਇਹ 2 ਘੁੰਡੀਆਂ ਨੇ। ਕਹਿੰਦੇ ਆ ਕਿ ਜੇ ਦੁਨੀਆ ਦੀਆਂ ਮੱਲਾਂ ਮਾਰਨੀਆਂ ਤੇ ਮਿਹਨਤ ਮਸ਼ੱਕਤ ਰੱਜ ਕੇ ਕਰੋ, ਤੇ ਜੇ ਪ੍ਰਮਾਤਮਾ ਨੂੰ ਪਾਣਾ ਫਿਰ ਅੰਦਰ ਦਾ ਅਭਿਆਸ ਇੰਨਾ ਕਰੋ ਕਿ ਸੱਚ ਵਿੱਚ ਜਿਵੇਂ ਪਾਣੀ ਦਾ ਜਦੋਂ ਅਸੀਂ ਤਲ ਵੇਖਦੇ ਹਾਂ ਤੇ ਬਹੁਤ ਸ਼ਾਂਤ ਇੱਕਦਮ ਟਿਕਾ 'ਚ ਹੁੰਦਾ। ਹੁਣ ਗੁਰੂ ਤੇਗ ਬਹਾਦਰ ਜੀ ਕਹਿੰਦੇ ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨ। ਬਹੁਤ ਕੁਝ ਸਰੀਰ ਨਾਲ ਕੀਤਾ, ਪਰ ਰੱਬ ਦੀ ਜੇ ਭਗਤੀ ਦਾ ਕਿਣਕਾ ਮਾਤਰ ਵੀ ਹਿਰਦੇ 'ਚ ਨਹੀਂ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਇਹ ਪਹਿਲੀ ਤੁਕ ਦੀ ਵਿਆਖਿਆ ਕਿ ਦੇਹ ਅੰਧਾਰੀ ਅੰਧ ਸੁੰਝੀ ਨਾਮ ਵਿਹੂਣੀਆਂ। ਮਹਾਰਾਜ ਕਹਿੰਦੇ ਉਹ ਤਨ ਕਰਕੇ ਅੰਗਾਂ ਕਰਕੇ ਤਾਂ ਮਨੁੱਖ ਦਿਸਦਾ, ਪਰ ਸੱਚ ਜਾਣਿਓ ਅਸੀਂ ਉਹਨੂੰ ਇੱਕ ਕੁੱਕਰ ਤੇ ਇੱਕ ਸੂਰ ਦੇ ਨਾਲ ਤੁਲਨਾ ਦੇ ਰਹੇ ਹਾਂ, ਉਸ ਬੋਡੀ ਨੂੰ ਜੋ ਪ੍ਰਮਾਤਮਾ ਦੀ ਭਗਤੀ ਨਹੀਂ ਕਰਦੀ, ਬਾਣੀ ਨਹੀਂ ਪੜ੍ਹਦੀ, ਚੰਗੇ ਅਮਲ ਨਹੀਂ ਕਰਦੀ। ਪਰ ਦੂਜੇ ਪਾਸੇ ਵੇਖੋ, ਮਹਾਰਾਜ ਕਹਿੰਦੇ ਉਸੇ 5 ਤੱਤਾਂ ਦਾ ਸਰੀਰ ਬਣਿਆ, ਤੇ ਉੱਥੇ ਇੰਨੀ ਕਿਰਪਾ ਹੋ ਗਈ ਕਿ ਜੋ ਪ੍ਰਾਨੀ ਨਿਸ ਦਿਨ ਭਜੈ। ਨਿਸ ਕਹਿੰਦੇ ਨਿਸ ਦਿਨ ਦਿਨ ਰਾਤ, ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਣ। ਮਹਾਰਾਜ ਜੀ ਕਹਿੰਦੇ ਜੇ ਦਿਨ ਰਾਤ ਕੋਈ ਪ੍ਰਮਾਤਮਾ ਨੂੰ ਜਪਦਾ ਭਾਈ, ਉਹਦੇ ਵਿੱਚ ਤੇ ਰੱਬ 'ਚ ਕੋਈ ਭੇਦ ਨਾ ਜਾਣਿਓ, ਕਿਉਂਕਿ ਉਹ ਤਾਂ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ। ਮਾਨਸ ਦਿਆ ਜੋ ਜਲ ਤਰੰਗ ਉੱਠੈ ਬਹੁ ਭਾਂਤੀ, ਫਿਰ ਸਲੈ ਸਲ ਸਮਾਇਦਾ। ਉਹਨਾਂ ਲਈ ਤਾਂ ਗੁਰੂ ਸਾਹਿਬ ਜੀ ਕਹਿੰਦੇ ਹਰ ਹਰ ਜਨ ਦੁਇ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜੋ ਜਲ ਹੀ ਵੇਖਿਆ ਸਮਾਏ। ਬਾਜਾਂ ਵਾਲੇ ਦੀ ਬਾਣੀ ਤੋਂ। ਸੋ ਕਿਰਪਾ ਮਹਾਰਾਜ ਨੇ ਕੀਤੀ ਕਿ ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਣ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਗੁਰੂ ਤੇਗ ਬਹਾਦਰ ਕਹਿੰਦੇ ਸਾਡੀ ਗੱਲ ਸੱਚ ਮੰਨਿਓ, ਉਹਨਾਂ ਵਿੱਚ ਤੇ ਵਾਹਿਗੁਰੂ 'ਚ ਕੋਈ ਫਰਕ ਨਹੀਂ। ਹੁਣ 2-3 ਸ਼ਲੋਕ ਆਪਾਂ ਬਾਬਾ ਕਬੀਰ ਜੀ ਦੀ ਬਾਣੀ ਦੇ। ਕਬੀਰ ਸਾਹਿਬ ਨੇ ਨਾ ਸੰਗਤ ਜੀ ਇੱਕ ਥਾਂ ਦੇ ਉੱਤੇ ਇੱਕ ਧਰਮੀ ਬੰਦੇ ਵਿੱਚ, ਧਰਮੀ ਬੰਦੇ ਦੇ ਘਰ ਰਹਿਣ ਵਾਲੀ ਕੁੱਤੀ ਦੀ ਵੀ ਵਡਿਆਈ ਕੀਤੀ। ਵੇਖੋ ਇਹ ਸ਼ਬਦ ਵਰਤੇ ਬਾਬਾ ਜੀ ਨੇ। ਪਰ ਦੂਜੇ ਪਾਸੇ ਕਬੀਰ ਜੀ ਕਹਿੰਦੇ ਇੱਕ ਪਾਪੀ ਹਥਿਆਰਾ ਕੁਕਰਮੀ ਰੱਜ ਕੇ ਮਾੜੇ ਕਰਮ ਕਰਨ ਵਾਲਾ ਬੇਟਾ ਹੋਵੇ, ਪੁੱਤ ਹੋਵੇ ਘਰ 'ਚ, ਤੇ ਮਾਂ ਉਹਦੀ ਨੂੰ ਟੋਕੇ ਨਾ, ਤੇ ਕਹਿੰਦੇ ਉਹ ਮਾਂ ਵੀ ਮੈਨੂੰ ਚੰਗੀ ਨਹੀਂ ਲੱਗਦੀ। ਵੇਖੋ ਇੱਥੇ ਆ ਕੇ ਨਾ ਸਰੀਰਾਂ ਦੀ ਗੱਲ ਪਾਸੇ ਰਹਿ ਜਾਂਦੀ ਤੇ ਕਰਮਾਂ ਦੀ ਗੱਲ ਵੱਡੀ ਹੋ ਜਾਂਦੀ। ਬਾਬਾ ਕਬੀਰ ਕਹਿੰਦੇ ਕਬੀਰ ਵੈਸ਼ਨੋ ਕੀ ਕੂਕਰ ਭਲੀ। ਇੱਥੇ ਕੂਕਰ ਪਾਠ ਨਾ ਰਾਰੇ ਨੂੰ ਸਿਹਾਰੀ ਆ, ਤੇ ਇਹਨੂੰ ਇਸਤਰੀ ਲਿੰਗ ਪਾਠ ਕਰਨਾ ਕਿ ਕੁੱਤੀ। ਕੁੱਕਰ ਦੇ ਜੇ ਰਾਰੇ ਨੂੰ ਔਂਕੜ ਲੱਗੇ ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਵਿਆਕਰਨ ਦੇ ਅਨੁਸਾਰ ਕਹਿੰਦੇ ਫਿਰ ਉਹ ਬਹੁਵਚਨ ਜਾਂ ਪੁਲਿੰਗ ਸ਼ਬਦ ਬਣ ਜਾਂਦਾ। ਤੇ ਇੱਥੇ ਹੈ ਕਿ ਕਬੀਰ ਵੈਸ਼ਨੋ ਕੀ ਕੂਕਰ ਭਲੀ, ਸਾਕਤ ਕੀ ਬੁਰੀ ਮਾਏ। ਕਿਉਂ? ਉਹ ਨਿਤ ਸੁਣੈ ਹਰ ਨਾਮ, ਜਾਸੋ ਪਾਪ ਵਿਸਾਹਣ ਜਾਏ। ਕਹਿੰਦੇ ਉਹ ਤਾਂ ਚੰਗੀ ਆ ਕਿ ਜਦੋਂ ਇੱਕ ਰੱਬ ਦਾ ਬੰਦਾ ਘਰ 'ਚ ਬਾਣੀ ਪੜ੍ਹਦਾ, ਬਾਣੀ ਸੁਣਦਾ, ਤੇ ਉਹਦੇ ਘਰ ਦੇ ਵਿੱਚ ਖਲੋਤੇ ਪਸ਼ੂਆਂ ਦੇ ਕੰਨਾਂ 'ਚ ਵੀ ਬਾਣੀ ਪੈਂਦੀ ਹੈ। ਮਹਾਰਾਜ ਕਹਿੰਦੇ ਉਹ ਵੀ ਧੰਨ ਹੈ ਭਾਈ ਜਿਹੜੇ ਜਿਨ੍ਹਾਂ ਦੇ ਘਰਾਂ ਵਿੱਚ ਕੋਈ ਭਾਵੇਂ ਕੂਕਰ ਹੈ ਭਾਵੇਂ ਹੋਰ ਪਸ਼ੂ, ਪਰ ਜਿਨ੍ਹਾਂ ਘਰਾਂ 'ਚ ਸਾਖਤ ਮਨਮੁਖ ਰਹਿੰਦੇ ਆ, ਮਹਾਰਾਜ ਨੇ ਕਿਹਾ ਉਹਨਾਂ ਦੀ ਤੇ ਮਾਂ ਵੀ ਮਾੜੀ ਆ, ਕਿਉਂਕਿ ਉਹਨੇ ਸਮਝਾਇਆ ਹੀ ਨਹੀਂ ਪੁੱਤਾ ਤੂੰ ਕਿਹੜੇ ਕੰਮੀ ਪਿਆ। ਤਾਂ ਇਹ ਇੱਕ ਪੱਖ ਲਿਓ। ਦੇਖੋ ਰਿਸ਼ਤੇ ਨੂੰ ਨਹੀਂ ਨਿੰਦਿਆ, ਕੇਵਲ ਨਾਮ ਦੀ ਗੱਲ ਅਸੀਂ ਕਰਦੇ ਆ। ਬਾਬਾ ਜੀ ਦਾ ਇੱਕ ਸ਼ਬਦ ਹੈ ਜੀ, ਬਾਬਾ ਜੀ ਕਹਿੰਦੇ ਕਬੀਰ ਹੈ ਗੈ ਬਾਹਨ ਸ਼ਗਨ ਕਣ, ਲੱਖ ਤਜਾ ਪਹਿਰਾਏ, ਇਆਂ ਸੁਖ ਤੇ ਭਿਖਿਆ ਭਲੀ ਜੋ ਹਰ ਸਿਮਰਤ ਦਿਨ ਜਾਏ। ਇਹ 2 ਤੁਕਾਂ ਦੇ ਅਰਥ ਨੇ।
ਹੁਣ ਇਹਨੂੰ ਧਿਆਨ ਨਾਲ ਸੁਣੋ। ਇਹਦੇ ਵਿੱਚ ਨਾ ਕਈ ਵਾਰੀ ਬੰਦਾ ਇਹ ਸੋਚ ਲੈਂਦਾ ਕਿ ਬਾਣੀ ਕੀ ਕਹਿੰਦੀ ਹੁਣ ਭਿੱਖ ਮੰਗਿਆ ਕਰੋ, ਮੰਗਤੇ ਬਣ ਜਾਓ। ਬਿਲਕੁਲ ਨਹੀਂ। ਇਸ ਬਾਣੀ ਦਾ ਇਹ ਸ਼ਲੋਕ ਦਾ ਤੱਤ ਹੈ ਕਿ ਜੋ ਹਰ ਸਿਮਰਤ ਦਿਨ ਜਾਏ। ਕਿ ਕਬੀਰ ਦੀ ਅਵਸਥਾ ਇੰਨੀ ਵੱਡੀ ਸੰਗਤ ਜੀ। ਮਾਂ ਜੀ ਆਲੋਚਨਾ ਕਰਦੇ ਕਿ ਪੁੱਤ ਤੂੰ ਕੰਮ ਨਹੀਂ ਕਰਦਾ। ਕਹਿੰਦੇ ਮੈਂ ਕਰਦਾ, ਜਿੰਨੀ ਕੁ ਲੋੜ ਹੈ ਉਨਾ ਕੁ ਨਿਰਵਾਹ ਕਰ ਲੈਣਾ। ਤੁਸੀਂ ਜੇ ਕਹਿੰਦੇ ਲੋੜ ਤੋਂ ਵੱਧ ਕਮਾਓ ਤਾਂ ਮੇਰੇ ਤੋਂ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਮਾਂ ਕਹਿੰਦੀ। ਕਹਿੰਦੇ ਇਸ ਕਰਕੇ ਜਦੋਂ ਮੈਂ ਤਰਨੇ ਬੁਣਨੇ ਦਾ ਕੰਮ ਕਰਨ ਲਈ ਸੱਚ ਐਵੇਂ ਸੂਈ 'ਚ ਧਾਗਾ ਪਾਣਾ ਤੇ ਸੂਈ 'ਚ ਧਾਗਾ ਪਾਉਣ ਦੇ ਲਈ ਮੈਨੂੰ ਸਾਹ ਰੋਕਣਾ ਪੈਂਦਾ, ਕਿਉਂਕਿ ਸਫੇਦਾ ਹਿੱਲ ਜਾਂਦੀ ਹੈ। ਤੇ ਮਹਾਰਾਜ ਜੀ ਕਹਿੰਦੇ, ਕਬੀਰ ਜੀ ਕਹਿੰਦੇ ਮਾਂ ਜਦੋਂ ਸੂਈ 'ਚ ਧਾਗਾ ਪਾਉਣ ਦੇ ਲਈ ਮੈਂ ਸਵਾਸ ਰੋਕਦਾ, ਬਸ ਓਨੇ ਖੇਲੀ ਮੈਨੂੰ ਮੇਰਾ ਰੱਬ ਭੁੱਲਦਾ। ਮੈਨੂੰ ਤੇ ਮੌਤ ਐਵੇਂ ਆਵੇ ਜਿਵੇਂ ਉਵੇਂ ਮਹਿਸੂਸ ਹੁੰਦਾ। ਜਿਵੇਂ ਇਹ ਹੈ ਨਾ, ਦੇਖੋ ਸੰਗਤ ਕਿ ਜਬ ਲਗ ਬਾਹੂ ਜਬ ਲਗ ਧਾਗਾ ਬਾਹੂ ਬੇਹੀ। ਕਹਿੰਦੇ ਮਾਂ ਤਬ ਲਗ ਵਿਸਰੈ ਰਾਮ ਸਨੇਹੀ। ਮੈਂ ਇੰਨੇ ਸਕਿੰਟ ਵੀ ਰੱਬ ਨੂੰ ਨਹੀਂ ਭੁੱਲਣਾ ਚਾਹੁੰਦਾ। ਕੀ ਅਵਸਥਾ ਹੋਵੇਗੀ ਬਾਬਾ ਕਬੀਰ ਜੀ ਦੀ। ਹੁਣ ਬਾਬਾ ਕਬੀਰ ਕਹਿੰਦੇ ਹੈ ਗੈ ਬਾਹਣ ਸ਼ਗਨ ਘਣ ਲਾਖ ਧਜਾ ਪਹਿਰਾਏ। ਇਹਦੇ ਅਰਥ ਸੁਣਿਓ। ਹੈ ਗੈ ਇਹਦੇ ਭਾਵ ਨੇ ਹਵੈ ਤੇ ਗਜ, ਘੋੜੇ ਤੇ ਹਾਥੀ। ਪਹਿਲੇ ਸਮਿਆਂ 'ਚ ਇਹੀ ਵਾਹਨ ਹੁੰਦੇ ਸੀ, ਅੱਜ ਵਾਹਨ ਬਦਲ ਗਏ ਨੇ ਕਿਉਂਕਿ ਵਿਗਿਆਨਕ ਯੁੱਗ 'ਚ ਬੈਠੇ ਆ। ਹੈ ਗੈ ਬਾਹਣ ਸ਼ਗਨ ਘਣ ਲਾਗ ਧਜਾ ਫਹਿਰਾਏ। ਕਹਿੰਦੇ ਬੰਦੇ ਦੇ ਝੰਡੇ ਝੁਲਦੇ ਹੋਣ। ਅਸੀਂ ਨਾਮ ਕਰਕੇ ਕਹਿੰਦਾ ਫਲਾਣੇ ਦੇ ਬੜੇ ਝੰਡੇ ਝੁਲਦੇ। ਇਹ ਪੁਰਾਣੇ ਸਮਿਆਂ 'ਚ ਬੈਂਕ ਨਹੀਂ ਹੋਣੇ ਤੇ ਲੋਕਾਂ ਨੂੰ ਦੱਸਣਾ ਪੈਂਦਾ ਸੀ ਸਰਕਾਰ ਨੂੰ ਝੰਡੇ ਰੱਖ ਕੇ ਕਿ ਅਸੀਂ ਇੰਨੇ ਲੱਖ ਦੇ ਮਾਲਕ ਆ। ਜਿਵੇਂ ਦੁਨੀ ਚੰਦ ਦੇ 60 ਝੰਡਿਆਂ ਦੀ ਗੱਲ ਬਹੁਤ ਮਸ਼ਹੂਰ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਾਬਾ ਕਬੀਰ ਕਹਿੰਦਾ ਬੰਦੇ ਦੇ ਝੰਡੇ ਚੱਲਦੇ ਹੋਵਣ, ਬੰਦੇ ਕੋਲ ਹਾਥੀ ਰੱਥ ਘੋੜਿਆਂ ਦੀਆਂ ਮਾਲਕੀਆਂ ਸਵਾਰੀਆਂ ਹੋਵਣ, ਪਰ ਮਾਫ ਕਰਿਓ ਇਹਨਾਂ ਸੁੱਖ ਲੈ ਕੇ ਜੇ ਉਹ ਬੰਦਾ ਪ੍ਰਮਾਤਮਾ ਦੀ ਭਗਤੀ ਨਹੀਂ ਕਰਦਾ ਤੇ ਕਬੀਰ ਕਹਿੰਦੇ ਮੈਨੂੰ ਕੁਝ ਨਹੀਂ ਚਾਹੀਦਾ ਰੱਬਾ, ਮੈਂ ਮੰਗ ਕੇ ਖਾ ਲਾਂਗਾ ਪਰ ਮੈਨੂੰ ਤੂੰ ਨਾ ਭੁੱਲੀ। ਇਹ ਕਬੀਰ ਜੀ ਦੀ ਵਡਿਆਈ ਵੇਖੋ। ਕਿਉਂਕਿ ਅੱਜ ਐਵੇਂ ਨਹੀਂ, ਮਹਾਰਾਜ ਕਹਿੰਦੇ ਨਾਨਕ ਸਫਲ ਜਨਮ ਜੈ ਘਟ ਬੁੱਠਾ ਸੱਚ ਧਣੀ। ਤਾਂ ਕਰਕੇ ਬਾਬਾ ਕਬੀਰ ਕਹਿੰਦੇ ਇਹ ਸੁੱਖ ਤੇ ਭਿੱਖਿਆ ਭਲੀ ਜੋ ਹਰ ਸਿਮਰਤ ਦਿਨ ਜਾਏ। ਸੰਗਤ ਜੀ ਸਾਡੇ ਦੁੱਖ ਦਾਰੂ ਬੰਨੇ ਚਾਹੀਦੇ ਆ ਸਾਨੂੰ। ਮਹਾਰਾਜ ਨੇ ਤਾਂ ਕਹਿਣਾ ਦੁੱਖ ਦਾਰੂ ਸੁੱਖ ਕਿਉਂ ਰੋਗ ਪਿਆ, ਕਿਉਂਕਿ ਇਹਨਾਂ ਸੁੱਖਾਂ ਨੇ ਅੱਜ ਸਾਨੂੰ ਵਾਹਿਗੁਰੂ ਭੁਲਾ ਦਿੱਤਾ। ਇਹਨਾਂ ਸੁੱਖਾਂ ਨੇ ਸਾਨੂੰ ਗੁਰੂ ਘਰ ਭੁਲਾ ਦਿੱਤੇ। ਇਹਨਾਂ ਸੁੱਖਾਂ ਨੇ ਸਾਨੂੰ ਨੇਮ ਪ੍ਰੇਮ ਬੰਦਗੀ ਸਿਮਰਨ ਦੀਆਂ ਜੋ ਵੀ ਸੀ ਸ਼ਰਧਾ ਭਾਵਨਾ ਖਤਮ ਕਰਤੀ। ਤਾਂ ਕਰਕੇ ਸੁੱਖ ਰੋਗ ਬਣ ਗਏ। ਸੋ ਗੁਰੂ ਸਾਹਿਬ ਦੀ ਬਾਣੀ ਦਾ ਇੱਕ ਹੋਰ ਪ੍ਰਮਾਣ ਪਾ ਲਓ ਜੀ ਕਿ ਕਬੀਰ ਸੰਤ ਮੂਏ ਕਿਆ ਰੋਈ ਹੈ। ਵੇਖੋ ਇਹ ਹੈ ਨਾਨਕ ਸਫਲ ਜਨਮ ਸੰਤ ਮੂਏ ਕਿਆ ਰੋਈ ਹੈ ਜੋ ਆਪਣੇ ਗ੍ਰਹਿ ਜਾਏ। ਕਿਹੜੇ ਗ੍ਰਹਿ 'ਚ ਗਏ? ਜਿਹਨੂੰ ਅਸੀਂ ਰੋਜ਼ ਸੋਹਿਲਾ ਸਾਹਿਬ 'ਚ ਪੜ੍ਹਦੇ ਆ, ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਉਰ ਨਾ ਹੋਏਗਾ ਫਿਰ। ਸੰਗਤ ਬਾਣੀ ਪੜ੍ਹ ਕੇ ਉਹ ਅਵਸਥਾ 'ਚ ਪਹੁੰਚ ਜਾਂਦੇ ਜਿਸ ਅਵਸਥਾ ਵਿੱਚ ਉਹਨਾਂ ਦਾ ਬਾਰ-ਬਾਰ ਫੇਰਾ ਨਹੀਂ ਧਰਤੀ ਤੇ ਪੈਂਦਾ। ਇਸ ਗੱਲ ਤੇ ਨਾ ਤੁਸੀਂ ਇੱਕ ਸ਼ਬਦ ਹੋਰ ਲੈ ਲਓ, ਕਬੀਰ ਜੀ ਦਾ ਹੀ ਆ ਤੇ ਬਹੁਤ ਸੌਖਾ ਸੀ, ਕੀਰਤਨ 'ਚ ਵੀ ਬਹੁਤ ਵਾਰ ਸੁਣਿਆ ਹੋਵੇਗਾ। ਪਰ ਗੱਲ ਸਾਡੀ ਉਹੀ ਆ ਕਿ ਦੇ ਅੰਧਾਰੀ ਅੰਧ ਸੁੰਝੀ ਨਾਮ ਵੀ ਹੋਣੀ ਆ। ਗੁਰੂ ਜੀ ਦੀ ਬਾਣੀ ਅੰਦਰ ਕਬੀਰ ਕਹਿੰਦੇ ਪ੍ਰਮਾਤਮਾ ਅਸੀਂ ਤਾਂ ਬਹੁਤ ਵੱਡੇ ਅਪਰਾਧੀ ਆ ਤੇਰੇ। ਕਹਿੰਦੇ ਪ੍ਰਮਾਤਮਾ ਨੇ ਆਵਾਜ਼ ਦਿੱਤੀ। ਕਬੀਰ ਜੀ ਕਿਉਂ? ਕਬੀਰ ਜੀ ਕਹਿੰਦੇ ਇਸ ਕਰਕੇ ਕਿ ਜਿਸ ਪ੍ਰਮਾਤਮਾ ਨੇ ਸਾਨੂੰ ਇਹ ਤਨ ਦਿੱਤਾ, ਇਸ ਤਨ 'ਚ ਆਪਣੀ ਜੋਤ ਪਾਈ, ਸੱਚ ਐਵੇਂ ਖਾਣ ਪੀਣ ਪਹਿਰਾਣ ਦਿੱਤਾ। ਕਹਿੰਦੇ ਸਭ ਕੁਝ ਲੈ ਕੇ ਕਦੇ ਇਸ ਬੰਦੇ ਨੇ ਪ੍ਰਮਾਤਮਾ ਦੇ ਜਸ ਨਹੀਂ ਗਾਏ। ਕਬੀਰ ਜੀ ਕਹਿੰਦੇ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਦਿਆ ਤਿਸ ਕੀ ਭਾਓ ਭਗਤ ਨਹੀਂ ਸਾਦੀ। ਭਾਉ ਦਾ ਪਾਵ ਨੂੰ ਪ੍ਰੇਮ ਨਾ ਕੀਤਾ, ਉਹਦੀ ਭਗਤੀ ਨਾ ਕੀਤੀ। ਹੁਣ ਇਹੀ ਗੱਲ ਕਬੀਰ ਕਹਿੰਦੇ ਕਬੀਰ ਸੰਤ ਮੂਏ ਕਿਆ ਰੋਈ ਹੈ ਜੋ ਆਪਣੇ ਗ੍ਰਹਿ ਜਾਏ। ਹਾਂ ਜੇ ਰੋਣਾ ਹੈ ਨਾ ਜੀ, ਰੋਵੋ ਸਾਕਤ ਵਾਪਰੇ ਜੋ ਹਾਟੈ ਹਾਟ ਵਿਕਾਏ। ਕਿਉਂ ਰੋਣਾ? ਕਬੀਰ ਸਾਹਿਬ ਦੀ ਕਿਰਪਾ ਇੰਨੀ ਆ ਜੀ। ਕਹਿੰਦੇ ਰੱਬ ਤੋਂ ਭੁੱਲੀ ਹੋਈ ਦੇਹੀ ਨਾਮ ਵਿਹੂਣੀਆਂ, ਉਹਦੇ ਤੋਂ ਚੰਗਾ ਤੇ ਪਿੰਡ 'ਚ ਰਹਿਣ ਵਾਲਾ ਇੱਕ ਸੂਰ ਏ। ਕਿਉਂ ਕਬੀਰ ਜੀ? ਕਬੀਰ ਜੀ ਕਹਿੰਦੇ ਸੂਰ ਜਿਹੜਾ ਨਾ ਉਹ ਪਿੰਡ 'ਚ ਰਹਿ ਕੇ ਪਿੰਡ ਦਾ ਆਲਾ ਦੁਆਲਾ ਸਾਫ਼ ਰੱਖਦਾ, ਗੰਦ ਖਾਂਦੇ ਆ ਉਹ। ਕਬੀਰ ਜੀ ਕਹਿੰਦੇ ਬਹੁਤ ਚੰਗਾ ਏ ਉਹਨਾਂ ਸਾਖਤਾਂ ਤੋਂ
ਜਿਹੜੇ ਸਾਖਤ ਪ੍ਰਮਾਤਮਾ ਨੂੰ ਯਾਦ ਨਾ ਕਰਕੇ ਆਪਣੇ ਸੁਭਾਅ 'ਚ ਵਕਾਰ ਤੇ ਹੋਰ ਵਧੀਆ ਲੈ ਕੇ ਆਉਂਦੇ, ਤੇ ਜਿਨ੍ਹਾਂ ਦੇ ਕੋਲ ਬਹਿੰਦੇ ਆ ਕੰਡਿਆਂ ਵਰਗੇ ਕੰਮ ਕਰਕੇ ਉਹਨਾਂ ਅੰਦਰ ਵੀ ਬੁਰਾਈਆਂ ਪਾ ਦਿੰਦੇ ਆ। ਕਬੀਰ ਜੀ ਕਹਿੰਦੇ ਹੁਣ ਉਹ ਜਿਹਾ ਬੰਦਾ ਮਰ ਜੇ ਨਾ ਤੇ ਸੱਚ ਐਵੇਂ 10-15 ਦਿਨ ਬਾਅਦ ਬੰਦਾ ਚੇਤੇ ਵੀ ਨਹੀਂ ਕਰਦਾ ਕਿ ਕੋਈ ਧਰਤੀ ਤੇ ਆਇਆ ਸੀ। ਜਦੋਂ ਇਹ ਬਚਨ ਪੜ੍ਹਦੇ ਆ, ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਓ, ਕਹਿੰਦੇ ਉਹ ਚੰਗਾ ਹੈ ਭਾਈ ਪਿੰਡ ਦੀ ਸਫਾਈ ਤੇ ਰੱਖਦਾ ਰਿਹਾ, ਤੇ ਜਦੋਂ ਤੱਕ ਮਨਮੁਖ ਜਿਉਂਦਾ ਆਪਣੇ ਵਕਾਰਾਂ ਨਾਲ ਗਾਂਦੀ ਖਿਲਾਰਦਾ। ਕਿਉਂਕਿ ਬਿਰਥੀ ਸਾਕਤ ਕੀ ਆਰਜਾ, ਨਾ ਬਿਨਾ ਕੇ ਹੋਵ ਸੁਚਾ, ਬਿਰਥਾ ਨਾ ਬਿਨਾ ਤਨ ਅੰਧ ਮੁਖ ਆਵਤ। ਸੰਗਤ ਜੀ ਉਹਨਾਂ ਦੇ ਮੁਖ ਤੋਂ ਦੁਰਗੰਧੀ ਹੁੰਦੀ ਆ, ਮਰਜ ਕਹਿੰਦੇ ਵਕਾਰਾਂ ਦੀ। ਹੁਣ ਇਹ ਤਾਂ ਸੀ ਕਿ ਕਬੀਰ ਸਾਕਤ ਤੇ ਸ਼ੁਕਰ ਭਲਾ ਰਾਖੈ ਆਛਾ ਗਾਓ, ਉਹ ਸਾਕਤ ਵਾਪਰਾ ਮਰ ਗਿਆ ਕੋਈ ਨਾ ਲੈ ਨਾ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨਾ ਭਗਤਾਂ ਦੀ ਅਵਸਥਾ ਵੇਖੋ। ਆਮ ਬੰਦਾ ਨਾ ਜੀ ਸਾਰੀ ਉਮਰ ਸਰੀਰ ਦੇ ਮੋਹ 'ਚ ਹੀ ਰਹਿ ਜਾਂਦਾ ਜਕੜਿਆ। ਸਰੀਰ ਨੂੰ ਸਾਂਭ ਲਿਆ, ਸਰੀਰ ਨੂੰ ਖਵਾ ਲਿਆ, ਸਰੀਰ ਨੂੰ ਏਦਾਂ ਕਰ ਲਿਆ, ਸਰੀਰ ਨੂੰ ਓਦਾਂ ਕਰ ਲਿਆ। ਪਰ ਜਿਹੜੇ ਭਗਤ ਹੁੰਦੇ ਨਾ ਉਹ ਸਰੀਰਾਂ ਦੀ ਪਰਵਾਹ ਨਹੀਂ ਕਰਦੇ। ਉਹ ਕਹਿੰਦੇ ਤੂੰ ਬੰਦਗੀ ਕਰੋ ਮਨ, ਨਾਮ ਜਪ, ਸਰੀਰ ਮਰਦਾ ਤੇ ਪਏ ਮਰੇ। ਵੇਖੋ ਉਹਨਾਂ ਦੀ ਬਾਣੀ ਅੰਦਰ ਇਹ ਤੁਕਾਂ ਨੇ ਕਿ ਸੱਚ ਐਵੇਂ ਇਸ ਤਨ ਧਨ ਕੋ ਕਿਆ ਗਰਬਈਆ। ਭਗਤ ਕਬੀਰ ਜੀ ਰਾਮ ਨਾਮ ਕਾਹੇ ਨਾ ਦ੍ਰਿੜਈਆ। ਕਬੀਰ ਕਹਿੰਦੇ ਆ ਮੂਰਖ ਮਨ, ਤੂੰ ਕਾਹਦਾ ਤਨ ਤੇ ਧਨ ਦਾ ਮਾਨ ਕਰਦਾ? ਇਹ ਸਦਾ ਨਹੀਂ ਰਹਿਣੇ। ਉਸ ਪ੍ਰਮਾਤਮਾ ਦਾ ਨਾਮ ਜਪ, ਕਿਉਂਕਿ ਨਾਮ ਸਦਾ ਅੰਗ ਸੰਗ ਹੋ ਕੇ ਨਿਬੜ ਜਾਂਦਾ। ਇਹ ਹੈ ਕਿ ਸਰੀਰ ਦੇ ਮੋਹ ਤੋਂ ਉੱਪਰ ਉੱਠ ਜਾਣਾ। ਤੇ ਆਮ ਬੰਦਾ ਕੀ ਕਰਦਾ? ਉਹਦੇ ਲਈ ਪੰਚਮ ਪਿਤਾ ਦਾ ਇੱਕ ਪ੍ਰਮਾਣ ਹੈ, ਭਲਕੇ ਉੱਠ ਪਪੋਲੀ ਹੈ ਬਿਨ ਬੁੱਝੇ ਮੁਗਧ ਅਜਾਨ, ਸੋ ਪ੍ਰਭ ਚੇਤਨਾ ਆਇਓ ਛੁਟੈਗੀ ਵਿਵਾਨ। ਸੱਚ ਏਵੇ ਸਤਿਗੁਰ ਛੇਤੀ ਚਿਤ ਲਾਏ, ਸਦਾ ਸਦਾ ਰੰਗ ਮਾਣ। ਇਹ ਤਿੰਨ ਤੁਕਾਂ ਦਾ ਇੱਕ ਪਦ ਹੈ। ਕਹਿੰਦੇ ਆਮ ਬੰਦਾ ਵੀ ਅੰਮ੍ਰਿਤ ਵੇਲੇ ਉੱਠਦਾ, ਜਿਹਨੂੰ ਅਸੀਂ ਕਹਿੰਦੇ ਆ ਜੀ ਮੋਰਨਿੰਗ ਟਾਈਮ ਹੋ ਗਿਆ ਉੱਠੋ। ਪਰ ਸੰਗਤ ਜੀ ਇੱਕ ਪੱਖ ਲਿਓ, ਕਿਉਂਕਿ ਅਸੀਂ ਸਾਰੇ ਸਰੀਰ ਨੂੰ ਵੀ ਸਾਂਭਦੇ ਆ, ਕਸਰਤ ਕਰਦੇ ਆ ਜਾਂ ਸੈਰ ਸਪਾਟਾ, ਉਹ ਵੱਖਰੀ ਗੱਲ ਏ। ਇਹ ਕੇਵਲ ਇੱਕ ਪੱਖ ਲੈ ਕੇ ਅਸੀਂ ਚੱਲ ਰਹੇ ਹਾਂ ਕਿ ਸਾਰੀ ਉਮਰ ਸਰੀਰ ਨੂੰ ਹੀ ਪਾਲਦਾ ਰਹਿ ਗਿਆ ਮਨ। ਕੇਵਲ ਜੇ ਧਿਆਨ ਦਿੱਤਾ ਸਰੀਰ ਦਾ ਹੀ ਦਿੱਤਾ। ਗੁਰੂ ਸਾਹਿਬ ਕਹਿੰਦੇ ਭਲਕੇ ਉੱਠ, ਉੱਠਿਆ ਜ਼ਰੂਰ ਸੀ ਤੂੰ ਭਲਕੇ, ਪਰ ਸਰੀਰ ਨੂੰ ਹੀ ਪਾਲਿਆ, ਆਤਮਾ ਤੇ ਮਨ ਨੂੰ ਕਦੇ ਨਾਮ ਤੇ ਬਾਣੀ ਵਾਲੇ ਪਾਸੇ ਨਾ ਲਿਆਂਦਾ ਕਿ ਮਨਾ ਮੈਂ ਉੱਠਿਆ, ਮੈਂ ਗੁਰੂ ਦਾ ਸਿੱਖ ਹਾਂ, ਤੇ ਕਿਉਂ ਨਾ ਹੋਵੇ 10 ਮਿੰਟ ਕੱਢ ਕੇ ਇੱਕ ਜਪਜੀ ਸਾਹਿਬ ਦਾ ਹੀ ਪਾਠ ਕਰ ਲਾ। ਗੁਰੂ ਜੀ ਕਹਿੰਦੇ ਭਲਕੇ ਉੱਠ ਪਪੋਲੀ ਆ ਬਿਨ ਬੁੱਝੇ ਮੁਗਧ ਅਜਾਨ, ਤੇ ਤੋਂ ਵੱਡਾ ਅਗਿਆਨੀ ਤੇ ਮੂਰਖ ਕੋਈ ਨਹੀਂ ਉਹ ਸਿੱਖਾ, ਜੇ ਤੂੰ ਅੰਮ੍ਰਿਤ ਵੇਲੇ ਉੱਠ ਕੇ ਵੀ ਦੁਨੀਆ ਦੇ ਕੰਮ ਹੀ ਕੀਤੇ, ਰੱਬ ਦਾ ਨਾਂ ਨਾ ਲਿਆ। ਫਿਰ ਸਤਿਗੁਰੂ ਜੀ ਕਹਿੰਦੇ ਉਹਨਾਂ ਰਾਹਾਂ ਤੇ ਤੁਰ ਜਾਏਗਾ ਜਿਨ੍ਹਾਂ ਰਾਹਾਂ ਤੇ ਤੈਨੂੰ ਹੋਰ ਕੋਈ ਨਹੀਂ ਮਿਲਣਾ, ਕਿਉਂਕਿ ਉਹ ਰਾਹ ਬੜੇ ਭੀੜੇ ਆ। ਗੁਰੂ ਸਾਹਿਬ ਦੀ ਬਾਣੀ ਕਹਿੰਦੇ ਜਿੱਥੇ ਅਵਕਟ ਗਲੀਆਂ ਭੀੜੀਆਂ, ਤਿੱਥੇ ਹਰ ਹਰ ਮੁਕਤ ਕਰਾਹੇ। ਹੁਣ ਤੀਜੀ ਤੁਕ ਸੀ ਸਤਿਗੁਰ ਛੇਤੀ ਚਿੱਤ ਲਾਏ। ਅਸੀਂ ਸੰਗਤ ਜੀ ਵਾਹਿਗੁਰੂ ਜੀ ਲਈ ਸਮਾਂ ਕੱਢਣਾ, ਕਿਉਂਕਿ ਵੇਖੋ ਇਹ ਸੱਚ ਹੈ। ਜਦੋਂ ਮਨੋਰਥ ਅਸੀਂ ਵੇਖਦੇ ਨਾ ਇਸ ਦੇਹੀ ਦਾ, ਇਹ ਇੱਕੋ ਹੀ ਆ, ਗੋਬਿੰਦ ਮਿਲਣ ਕੀ ਤੇਰੀ ਬਰੀ ਆ। ਬੜਾ ਸੌਖਾ ਪ੍ਰਮਾਣ ਹੈ, ਇਹਨੂੰ ਯਾਦ ਕਰਕੇ ਰੱਖੋ। ਜਦੋਂ ਸਮੇਂ 'ਚ ਸਮਾਂ ਮਿਲੇ ਤੁਕ ਪੜ੍ਹ ਲਓ, ਤੇ ਜਿਹਨੂੰ ਇਹ ਤੁਕ ਚੇਤੇ ਆ ਗਈ ਉਹ 1-2 ਮਿੰਟ ਭਾਵੇਂ ਜ਼ਰੂਰ ਗੁਰੂ ਕਰੂਗਾ। ਸਤਿਗੁਰੂ ਸੱਚੇ ਪਿਤਾ ਮਹਾਰਾਜ ਤਰਸ ਕਰਨ ਸਾਰਿਆਂ ਦੇ ਉੱਤੇ ਕਿ ਸਾਨੂੰ ਉਹ ਮੱਤ ਬਖਸ਼ਣ ਜਿਸ ਮੱਤ ਦੇ ਅੰਦਰ ਸਾਮਤ ਦਿਓ ਦਿਆਲ ਪ੍ਰਭ ਜਿਤ ਤੁਮੇ ਅਰਾਧਾ, ਤੁਮ ਕਰੋ ਦਇਆ ਮੇਰੇ ਸਾਈਂ, ਸੱਚ ਏਵੇ ਐਸੀ ਮੱਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ। ਹੁਣ ਅਸੀਂ ਇਹ ਸ਼ਬਦ ਜਿਹੜੇ ਲਏ ਗੁਰੂ ਸਾਹਿਬ ਦੀ ਬਾਣੀ ਤੋਂ, ਤੇ ਮਾਝ ਸੱਚੇ ਪਿਤਾ ਸਾਨੂੰ ਵੀ ਇਹ ਦਾਤ ਬਖਸ਼ਣ, ਜੋ ਅੱਜ ਦਾਤ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਸ਼ਬਦਾਂ 'ਚ ਸਾਡੇ ਤੇ ਕਿਰਪਾ ਕਰਕੇ ਬਖਸ਼ ਰਿਹਾ ਕਿ ਦੇ ਅੰਧਾਰੀ ਅੰਧ ਸੁਣੀ, ਨਾਮ ਵਿਹੂਣੀਆਂ ਨਾਨਕ ਸਫਲ ਜਨਮ, ਜੈ ਘਟ ਬੁੱਢਾ ਸੱਚ ਤਨੀ। ਸਤਿਗੁਰੂ ਦੀ ਬਾਣੀ ਅੰਦਰ ਜਦੋਂ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ ਪੰਚਮ ਪਾਤਸ਼ਾਹ ਦਾ, ਉੱਥੇ ਵੀ ਉਹਨਾਂ ਨੇ ਇੱਕ ਗੱਲ ਕੀਤੀ, ਦੁਲੱਭ ਦੇ ਪਾਈ ਵੱਡ ਭਾਗੀ। ਵੇਖੋ ਸੰਗਤ ਜੀ ਸਾਨੂੰ ਭਾਵੇਂ ਲੱਗਦਾ ਵੇਲੋ ਫਲਾਣੇ ਘਰੇ ਬੱਚਾ ਜੰਮ ਪਿਆ ਜੀ, ਵਧਾਈਆਂ ਦੇ ਦਿਓ, ਪਰ ਜਿਹੜਾ ਬੱਚਾ ਆ ਰਿਹਾ ਜਾਂ ਅਸੀਂ ਆਏ, ਸਾਡੇ ਬਜ਼ੁਰਗ ਆਏ ਅੱਗੇ, ਸਾਡੇ ਹੋਰ ਖਾਨਦਾਨ ਵਿੱਚ ਆਉਣਗੇ, ਇਹ ਇਦਾਂ ਨਹੀਂ ਕਿ ਅਸੀਂ ਇੱਕ ਸਿਸਟਮ ਤੋਰਿਆ ਬੱਚੇ ਜੰਮ ਲੈ। ਇਸ ਧਰਤੀ ਤੇ ਆਪਣੇ ਕਰਮਾਂ ਤੋਂ ਬਿਨਾਂ ਕੋਈ ਵੀ ਨਹੀਂ ਆ ਰਿਹਾ।
ਤੁਸੀਂ ਨਾ ਵਿਗਿਆਨ ਦੇ ਹਿਸਾਬ ਨਾਲ ਇੱਕ ਗੱਲ ਸੁਣਿਓ। ਕਹਿੰਦੇ ਆ, ਦੇਖੋ ਇਹ ਸਾਰੀਆਂ ਗੱਲਾਂ ਚਲੋ ਅੱਜ ਕੱਲ੍ਹ ਕਾਮਨ ਜੀਆਂ ਨੇ। ਕਹਿੰਦੇ ਕਿ ਜਦੋਂ ਮਾਤਾ ਦੀ ਰਕਤ ਤੇ ਪਿਤਾ ਦੇ ਬਿੰਦ ਤੋਂ ਬੱਚਾ ਪੈਦਾ ਹੁੰਦਾ ਹੈ ਤੇ ਲੱਖਾਂ ਸੈੱਲ ਜਿਹੜੇ ਆ ਉਹ ਮਾਂ ਦੀ ਪੇਟ ਦੇ ਵਿੱਚ ਪੈਦਾ ਹੁੰਦੇ ਨੇ। ਉਹਨਾਂ ਲੱਖਾਂ ਸੈੱਲਾਂ ਵਿੱਚੋਂ ਕੇਵਲ ਇੱਕ ਸੈੱਲ ਇਹੋ ਜਿਹਾ ਹੁੰਦਾ ਜਿਹਦੇ ਵਿੱਚੋਂ ਸਾਡੀ ਪੈਦਾਇਸ਼ ਹੁੰਦੀ ਆ, ਬਾਕੀ ਉਹ ਲੱਖਾਂ ਸੈੱਲ ਮਰ ਜਾਂਦੇ ਆ। ਹੁਣ ਤੁਸੀਂ ਹੈਰਾਨ ਹੋਵੋਗੇ, ਉਹਨਾਂ ਲੱਖਾਂ ਸੈੱਲਾਂ ਵਿੱਚੋਂ ਇੱਕ ਸੈੱਲ ਉਹ ਸੀ ਜਿਸ ਚੋਂ ਮੇਰਾ ਤੇ ਤੁਹਾਡਾ ਜਨਮ ਹੋਇਆ। ਮਹਾਰਾਜ ਕਹਿੰਦੇ ਬਾਕੀ ਸੈੱਲ ਜ਼ਰੂਰ ਬਣੇ ਪਰ ਉਹ ਸਭ ਫਿਰ ਉਦਾਂ ਹੀ ਚਲੇ ਗਏ। ਗੁਰੂ ਸਾਹਿਬ ਕਹਿੰਦੇ ਓਏ ਪੁਰਖਾ, ਉਹ ਪਰਮਾਤਮਾ ਦਾ ਧੰਨਵਾਦ ਕਰ ਕਿ ਉਸ ਪਰਮਾਤਮਾ ਨੇ ਤੈਨੂੰ ਜੀਵਨ ਦਿੱਤਾ, ਜਨਮ ਦਿੱਤਾ ਤੇ ਸੱਚ ਵੇ ਹਰ ਪੈਜ ਪੱਖੋਂ ਤੇਰੀ ਲਾਜ ਰੱਖੀ, ਪਰ ਤੂੰ ਕਦੇ ਉਸ ਵਾਹਿਗੁਰੂ ਜੀ ਨੂੰ ਚੇਤੇ ਹੀ ਨਹੀਂ ਕਰਦਾ। ਦੁਲੱਭ ਦੇ ਜਿਹੜੀ ਬਹੁਤ ਔਖੀ ਮਿਲੀ ਹੋਵੇ, ਇੱਕ ਗਰੀਬ ਬੰਦਾ ਮਿਹਨਤ ਕਰਕੇ ਉੱਪਰ ਪਹੁੰਚੇ, ਉਹਨੂੰ ਪੁੱਛੋ ਪੈਸੇ ਦੀ ਕਦਰ ਕੀ ਆ। ਤੇ ਅੱਜ ਦੀ ਜਵਾਨੀ ਤੇ ਬਜ਼ੁਰਗਾਂ 'ਚ ਹੀ ਤੇ ਫਰਕ ਹੈ। ਬਜ਼ੁਰਗ ਥੋੜੀ ਕੀਤੀ ਵੇਸਟਲੀ ਪੈਸਾ ਕਰਦੇ, ਉਹਨਾਂ ਨੇ ਉਹ ਸਮਾਂ ਵੇਖਿਆ 47 ਤੋਂ ਬਾਅਦ ਕਿਵੇਂ ਅਸੀਂ ਮਿਹਨਤਾਂ ਕਰਕੇ ਜ਼ਮੀਨਾਂ ਬਣਾਈਆਂ ਤੇ ਅੱਜ ਚੰਗਾ ਖਾ ਪਾ ਰਹੇ ਹਾਂ। ਪਰ ਅੱਜ ਦੀ ਜੋ ਹੈ ਜਨਰੇਸ਼ਨ, ਉਹ ਸੁੱਖਾਂ ਦੇ ਵਿੱਚ ਇੰਨੀ ਗਲਤਾਨ ਹੈ, ਉਹਨਾਂ ਨੂੰ ਨਹੀਂ ਪਤਾ ਲੱਗਣਾ। ਮਹਾਰਾਜ ਜੀ ਕਹਿੰਦੇ ਦੁਲੱਭ ਦੇ ਪਾਈ ਵੱਡ ਭਾਗੀ, ਨਾਮ ਨਾ ਜਪੈ ਤੇ ਆਤਮ ਘਾਤੀ। ਬੰਦਾ ਆਤਮ ਹੱਤਿਆ ਕਦੋਂ ਕਰਦਾ? ਜਦੋਂ ਬੜਾ ਦੁਖੀ ਹੋ ਜੇ, ਡਿਪਰੈਸ਼ਨ 'ਚ ਹੋਵੇ, ਜ਼ਹਿਰ ਖਾ ਲੈਂਦਾ, ਫਾਹ ਲੈ ਲੈਂਦਾ, ਗੋਲੀ ਮਾਰ ਲੈਂਦਾ, ਜੀ ਮੈਂ ਮਰ ਗਿਆ। ਮਹਾਰਾਜ ਜੀ ਕਹਿੰਦੇ ਸਰੀਰ ਨੂੰ ਜ਼ਹਿਰ ਦੇ ਦੇਣਾ ਜਾਂ ਕਿਸੇ ਹੋਰ ਧਾਤ ਨਾਲ ਆਪਣੇ ਆਪ ਨੂੰ ਮਾਰ ਲੈਣਾ। ਸੱਚ ਜਾਣਿਓ, ਜਿਹੜੇ ਰੱਬ ਦੀ ਬੰਦਗੀ ਨਹੀਂ ਕਰਦੇ ਉਹ ਵੀ ਆਪਣੀ ਆਤਮ ਹੱਤਿਆ ਕਰਦੇ ਪਏ ਆ। ਉਹ ਆਪਣੀ ਆਤਮਾ ਕਰਕੇ ਆਤਮ ਹੱਤਿਆ ਕਰਦੇ ਪਿਆ। ਨਾਮ ਨਾ ਜਪੈ ਤੇ ਆਤਮ ਘਾਤੀ। ਮਹਾਰਾਜ ਕਹਿੰਦੇ ਸਰੀਰ ਤਾਂ ਭਾਈ ਇੱਕ ਵਾਰ ਮਰਦਾ, ਤੂੰ ਆਤਮਾ ਨੂੰ ਰੋਜ਼ ਹੀ ਮਾਰ ਦਿੰਦਾ। ਤੇ ਅੱਗੇ ਹੈ ਖਾਤ ਪੀਤ ਹਸਤ ਖਿਰਤ ਵਿਸਥਾਰ। ਮਹਾਰਾਜ ਸੱਚੇ ਪਿਤਾ ਕਹਿੰਦੇ ਕਵਨ ਅਰਥ ਮਿਰਤਕ ਸ਼ਿੰਗਾਰ, ਜੋ ਨਾ ਸੁਣੈ ਜਸ ਪਰਮਾਨੰਦਾ। ਸੰਗਤ ਜੀ, ਕੋਈ ਵੀ ਹੋਵੇ ਜਿਹਨੂੰ ਗੁਰੂ ਦੀ ਗੱਲ, ਗੁਰੂ ਦੀ ਬਾਣੀ, ਗੁਰੂ ਦਾ ਇਤਿਹਾਸ, ਗੁਰੂ ਕਾ ਕੀਰਤਨ ਚੰਗਾ ਨਹੀਂ ਨਾ ਲੱਗਦਾ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪਸ ਪੰਖੀ ਤ੍ਰਿਗਤ ਜੋੜ ਤੇ ਮੰਦਾ। ਓਏ ਉਹ ਤਾਂ ਪੰਛੀਆਂ ਤੇ ਪਰਿੰਦਿਆਂ ਨੂੰ ਵੀ ਭੈੜਾ ਜਾਣੋ, ਜਿਹਨੂੰ ਗੁਰੂ ਦੀ ਬਾਣੀ ਤੇ ਗੁਰੂ ਦੀ ਗੱਲ ਚੰਗੀ ਨਹੀਂ ਲੱਗਦੀ। ਜੋ ਨਾ ਸੁਣੈ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗਤ ਜੋੜ ਤੇ ਮੰਦਾ। ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ, ਕੇਵਲ ਨਾਮ ਰਿਦ ਮਾਹਿ ਸਮਾਇਆ। ਉਹ ਭਾਗਾਂ ਵਾਲੀਆਂ ਰੂਹਾਂ ਨੇ, ਤਨ ਹੈ ਹਿਰਦਾ ਹੈ, ਜਿਸ ਹਿਰਦੇ ਵਿੱਚ ਗੁਰੂ ਆਪਣਾ ਨਾਮ ਪ੍ਰਗਟ ਕਰ ਦਿੰਦਾ ਤੇ ਉਹ ਨਾਮ ਪ੍ਰਗਟ ਦੇ ਵਿੱਚ ਹੀ ਸਾਰੀ ਉਮਰ ਸਮੋਏ ਰਹਿੰਦੇ। ਆਓ ਬਾਕੀ ਅੱਗੇ ਸਮਾਪਤੀ ਕਰਦੇ ਆ। ਸ਼ੰਤ ਦੇ ਅਰਥ ਕਰਕੇ ਤਿੰਨ ਖੰਨੀਆਂ ਵੰਜਾਂ। ਖੰਨੀਆਂ ਵੰਜਾਂ ਦੇ ਹੁੰਦੇ ਅਰਥ ਜੀ, ਮੈਂ ਵਾਰੀ ਵਾਰੀ ਜਾਵਾਂ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਆ ਭਾਈ, ਵਾਰੀ ਵਾਰੀ ਜਾਣਾ ਜਿਨ ਮੇਰਾ ਹਰ ਪ੍ਰਭ ਡੀਠਾ ਰਾਮ। ਜਿਨ੍ਹਾਂ ਨੇ ਮੇਰੇ ਵਾਹਿਗੁਰੂ ਜੀ ਨੂੰ ਵੇਖ ਲਿਆ। ਗੁਰੂ ਸਾਹਿਬ ਕਹਿੰਦੇ ਜਨ ਚਾਖ ਅਗਾਣੇ, ਜਿਨ੍ਹਾਂ ਨੇ ਨਾਮ ਨੂੰ ਚਖਿਆ। ਤੇ ਅਗਾਣੇ ਦੇ ਅਰਥ ਨੇ ਨਾਮ ਨੂੰ ਜਪ ਕੇ ਰੱਜ ਗਿਆ, ਉਹਨਾਂ ਦੀਆਂ ਭੁੱਖਾਂ ਨਾਮ ਨੇ ਮਾਰਤੀਆਂ। ਹਰ ਹਰ ਅੰਮ੍ਰਿਤ ਮੀਠਾ ਰਾਮ। ਤੇ ਜਿਨ੍ਹਾਂ ਨੂੰ ਕੇਵਲ ਦੁਨੀਆ ਦੇ ਪਦਾਰਥ ਨਹੀਂ, ਪਰਮੇਸ਼ਰ ਦੀ ਬਾਣੀ ਤੇ ਗੁਰੂ ਜੀ ਦਾ ਨਾਮ ਵੀ ਹੁਣ ਮਿੱਠਾ ਲੱਗਦਾ, ਉਹਨਾਂ ਤੋਂ ਮੈਂ ਸੱਦ ਕੇ ਗੁਰੂ ਜੀ ਕਹਿੰਦੇ ਹਰ ਮਨੈ ਮੀਠਾ। ਫਿਰ ਉਸ ਗੱਲ ਨੂੰ ਰਿਪੀਟ ਕਰਦੇ ਕਿ ਨਾਮ ਪ੍ਰਭੂ ਦਾ ਮਿੱਠਾ ਲੱਗਾ। ਪ੍ਰਭੂ ਤੂਠਾ, ਉਹਨਾਂ ਤੇ ਵਾਹਿਗੁਰੂ ਜੀ ਟੁੱਟ ਗਏ। ਅਮਿਓ ਬੂਠਾ, ਅਮਿਓ ਦੇ ਅਰਥ ਵੀ ਨੇ ਕਿ ਉਹ ਅੰਮ੍ਰਿਤ ਰੂਪੀ ਰਸ ਦੇ ਝਰਨੇ ਉਹਨਾਂ ਦੇ ਹਿਰਦੇ 'ਚ ਪ੍ਰਗਟ ਹੋਏ, ਸੁਖ ਪਏ। ਤੇ ਇਸ ਨਾਮ ਨੇ ਸਾਨੂੰ ਸੰਗਤ ਜੀ ਸੁਖੀ ਜੀਵਨ ਦਿੱਤਾ। ਦੁੱਖ ਨਾਸ ਭਰਮ ਵਿਨਾਸ਼, ਤਨ ਤੇ ਦੁੱਖਾਂ ਦਾ ਨਾਸ਼, ਭਰਮਾਂ ਦਾ ਵਿਨਾਸ਼ ਹੋ ਜਾਂਦਾ ਹੈ। ਜਪ ਜਗਦੀਸ਼, ਜਿਹੜੇ ਪ੍ਰਮਾਤਮਾ ਰੂਪੀ ਜਗਦੀਸ਼ਰ ਨੂੰ ਜਪਦੇ ਆ, ਈਸੈ ਜੈ ਜੈ। ਤੇ ਜਿਹੜੇ ਹਮੇਸ਼ਾ ਆਪਣੇ ਪ੍ਰਮਾਤਮਾ ਦੀ ਹੀ ਜੈ ਜੈਕਾਰ ਕਰਦੇ ਆ। ਮੋਹ ਰਹਿਤ ਵਿਕਾਰ ਥਾਕੇ, ਉਹਨਾਂ ਨੂੰ ਮੋਹ ਨਹੀਂ ਸਤਾਉਂਦਾ, ਵਕਾਰ ਨਹੀਂ ਸਤਾਉਂਦੇ। ਉਹ ਥੱਕ ਜਾਂਦੇ, ਭਾਵਿਕ ਪਾਸੇ ਹੋ ਜਾਂਦੇ। ਪੰਚ ਤੇ ਸੰਗ ਟੂਟਾ, ਤੇ ਕਾਮ ਕਰੋ ਲੋਭ ਮੋਹ ਅਹੰਕਾਰ ਤੋਂ ਉਸ ਆਤਮਾ ਦਾ, ਸਰੀਰ ਦਾ ਖਹਿੜਾ ਛੁੱਟ ਜਾਂਦਾ। ਕਹੋ ਨਾਨਕ ਤਿੰਨ ਖੰਨੀਆਂ ਵੰਜਾਂ। ਮਹਾਰਾਜ ਫਿਰ ਰਿਪੀਟ ਕਰਕੇ ਕਹਿੰਦੇ ਮੈਂ ਧੰਨ ਹਾਂ ਉਹਨਾਂ ਤੋਂ, ਸਦਕੇ ਆ ਉਹਨਾਂ ਤੋਂ ਜਿਨ ਘਟ, ਜਿਨ੍ਹਾਂ ਨੇ ਹਿਰਦਿਆਂ 'ਚ ਮੇਰਾ ਹਰ ਪ੍ਰਭ ਬੂਠਾ, ਉਸ ਪਰਮਾਤਮਾ ਨੂੰ ਵਸਾ ਲਿਆ, ਪ੍ਰਗਟ ਕਰ ਲਿਆ। ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾ ਕੋ ਕਿਰਪਾ ਧਾਰੀ ਸੋ ਸੁਖੀਆ।
ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ। ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ